अस्सलाम वालेकुम दोस्तों, ਤੁਹਾਡਾ ਮੇਜ਼ਬਾਨ ਹਾਫਿਜ਼ ਵਿਕਾਸ ਅੱਜ ਇੱਕ ਵਾਰੀ ਫਿਰ ਅੱਜ ਇੱਕ ਨਵੇਂ ਟਾਪਿਕ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ ਜੀ। ਅੱਜ ਅਸੀਂ ਗੱਲ ਕਰਾਂਗੇ ਫਰਟੀਲਾਈਜ਼ਰ ਜਿਹੜਾ ਪਲਾਨ ਹੈ ਸਿਟਰਸ ਦਾ, ਉਹਦੇ ਬਾਰੇ ਅਸੀਂ ਗੱਲ ਕਰਾਂਗੇ। ਕਿਹੜੀ ਖਾਦ ਪਾਣੀ ਚਾਹੀਦੀ ਹੈ ਬਾਗਾਂ ਦੇ ਪੌਦਿਆਂ ਨੂੰ, ਜਿਹੜੇ ਕਿ ਸਾਡੇ ਮਸੰਮੀ, ਸ਼ਕਰੀ, ਕਿੰਨੂ, ਫਰੂਟਰ ਜਿਹੜੇ ਮਤਲਬ ਗ੍ਰੇਟ ਫਰੂਟ ਜਿਸ ਫੈਮਿਲੀ ਵਿੱਚ ਆਉਂਦੇ, ਉਹਨੂੰ ਕਿਹੜੀ ਖਾਦ ਪਾਣੀ ਚਾਹੀਦੀ ਹੈ। ਠੀਕ ਹੈ ਨਾ ਜੀ। ਅੱਜ ਅਸੀਂ ਜੀ ਗੱਲ ਕਰਾਂਗੇ ਜੀ। ਤੇ ਕਿਹੜਾ ਸੂਟੇਬਲ ਟਾਈਮ ਹੈ, ਸਭ ਤੋਂ ਬਿਹਤਰ ਅੱਛਾ ਟਾਈਮ ਕਿਹੜਾ ਹੈ ਜਦੋਂ ਖਾਦ ਪਾਉਣ ਦਾ, ਕਿਹੜੀ ਖਾਦ ਪਾਉਣ ਦਾ ਟਾਈਮ ਹੈ। ਅੱਜ ਕੱਲ੍ਹ ਤੁਹਾਨੂੰ ਨਜ਼ਰ ਆ ਰਿਹਾ ਵੀ ਮੌਸਮੀ, ਸ਼ਕਰੀ, ਫਰੂਟਰ, ਕਿੰਨੂ ਸਾਰੇ ਟੁੱਟਣੇ ਸ਼ੁਰੂ ਹੋ ਗਏ ਆ ਜੀ। ਹਾਰਵੈਸਟਿੰਗ ਦਾ ਟਾਈਮ ਹੈ। ਖਾਦ ਪਾਉਣ ਦਾ ਜਿਹੜਾ ਆਈਡੀਅਲ ਟਾਈਮ ਉਹ ਤੁਹਾਨੂੰ ਦੱਸਣਾ ਚਾਹੀਦਾ। ਇਹ ਅਸੀਂ ਅਕਸਰ ਗਲਤੀ ਕਰਦੇ ਹਾਂ, ਜਾਂ ਤਾਂ ਪਾਉਂਦੇ ਨਹੀਂ, ਜੇ ਪਾਉਂਦੇ ਹਾਂ ਤਾਂ ਬੇਟਾਈਮੀ ਪਾਉਂਦੇ ਹਾਂ, ਬੇਤੁਕੀ ਪਾਉਂਦੇ ਹਾਂ। ਥੋੜ੍ਹਾ ਜਿਹਾ ਉਹਨੂੰ ਤੁਸੀਂ ਟੈਕਨੀਕਲ ਤਰੀਕੇ ਨਾਲ ਲੈ ਕੇ ਚੱਲੋਗੇ, ਜਦੋਂ ਉਹਨੂੰ ਚਾਹੀਦੀ ਹੁੰਦੀ ਅਗਰ ਉਦੋਂ ਤੁਸੀਂ ਪਾਓਗੇ, ਰਿਜ਼ਲਟ ਅੱਛਾ ਆਉਂਦਾ, ਪੌਦਾ ਤੁਹਾਡਾ ਰਿਸਪੌਂਸ ਅੱਛਾ ਕਰਦਾ, ਪਰੇਸ਼ਾਨੀਆਂ ਤੋਂ ਤੁਸੀਂ ਬਚ ਜਾਂਦੇ ਹੋ। ਜੋ ਤੁਸੀਂ ਲਾ ਰਹੇ ਹੁੰਦੇ, ਜੋ ਤੁਸੀਂ ਉੱਤੇ ਖਰਚਾ ਕਰ ਰਹੇ ਹੁੰਦੇ, ਪੂਰਾ ਦਾ ਪੂਰਾ ਪੌਦਾ ਉਹਨੂੰ ਆਪਣੇ ਇਸਤੇਮਾਲ 'ਚ ਲਿਆਂਦਾ। ਖਾਦਾਂ ਜਿਹੜੀਆਂ ਹੈ, ਚਾਹੇ ਕੋਈ ਫਸਲ ਹੈ, ਚਾਹੇ ਕੋਈ ਬਾਗ ਹੈ, ਚਾਹੇ ਕੋਈ ਵੀ ਜਿਹੜੀ ਤੁਹਾਡੀ ਜ਼ਰਾਅਤ ਦੇ ਮੁਤਲਕ ਹੈ ਫਸਲ ਜਾਂ ਕਰਾਪ, ਉਹ ਤਿੰਨ ਹੀ ਆ ਮੇਨ ਜਿਹੜੀਆਂ ਐਲੀਮੈਂਟ: ਫਾਸਫੋਰਸ, ਨਾਈਟ੍ਰੋਜਨ, ਪੋਟਾਸ਼। ਇਹ ਤਿੰਨ ਮੇਨ ਐਲੀਮੈਂਟ ਹੈ ਜਿਹੜੇ ਤੁਹਾਡੇ ਪੌਦਿਆਂ ਨੂੰ ਲਾਜ਼ਮੀ ਚਾਹੀਦੀ, ਤੁਹਾਡੀ ਫਸਲ ਨੂੰ ਲਾਜ਼ਮੀ ਚਾਹੀਦੀ ਅੱਗੇ ਤੁਸੀਂ ਪੈਦਾਵਾਰ ਲੈਣੀ ਹੈ। ਇਹਦੇ ਹੁਣ ਬੈਨੀਫਿਟ ਦੱਸ ਦੇਵਾਂ, ਇਹਦਾ ਟਾਈਮ ਦੱਸ ਦੇਵਾਂ, ਇਹ ਕਰਦੇ ਕੀ ਆ, ਇਹ ਕਿਸ ਟਾਈਮ ਪਾਣੀ ਚਾਹੀਦੀ ਹੈ। ਜਿੱਦਾਂ ਹੀ ਕਟਾਈ ਹੁੰਦੀ ਹੈ, ਅਕਸਰ ਦੋਸਤ ਖਿਆਲ ਆਉਂਦਾ ਵੀ ਯਾਰ ਹੁਣ ਖਾਦ ਪਾਈਏ, ਅਤੇ ਹੁਣ ਤੁਹਾਨੂੰ ਆਈਡੀਅਲ ਟਾਈਮ ਦੱਸ ਦਿੰਦੇ ਹਾਂ। ਜਿਹੜਾ ਕਿ ਅਸੀਂ ਪਹਿਲੇ ਜਿਹੜਾ ਇੱਕ ਟਾਈਮ ਹੁੰਦਾ ਫਾਸਫੋਰਸ ਪਾਉਣ ਦਾ ਇਕੱਲਾ, ਉਹ ਹੁੰਦਾ ਤੁਸੀਂ ਪਾਓ ਉਹਨੂੰ ਅਕਤੂਬਰ ਨਵੰਬਰ 'ਚ। ਬੈਸਟ ਟਾਈਮ ਜਿਹੜਾ ਉਹਦਾ ਹੁੰਦਾ ਤਲਾਈ ਤੋਂ ਫੌਰੀ ਬਾਅਦ ਕਰ ਲਓ, ਜਾਂ ਇਸ ਟਾਈਮ ਡਾਰਮੈਂਟ ਜਾ ਰਿਹਾ ਹੁੰਦਾ, ਤਾਂ ਕਿ ਉਹ ਜੇ ਜੜ੍ਹਾਂ ਅੱਛੇ ਅੰਦਾਜ਼ ਨਾਲ ਗਰੋਥ ਕਰਨ, ਤਾਂ ਕਿ ਉਹ ਅਗਲਾ ਜਿਹੜਾ ਫਲ ਚੱਕਣਾ ਉਹ ਅੱਛੇ ਅੰਦਾਜ਼ ਨਾਲ ਉਹ ਚੱਕ ਸਕਣ। ਇਸ ਵਜ੍ਹਾ ਤੋਂ ਫਾਸਫੋਰਸ ਜਿਹੜੀ ਤੁਸੀਂ ਅਗਰ ਪਾਣੀ ਹੈ ਤਾਂ ਉਹ ਤੁਸੀਂ ਪਾਓਗੇ ਜਿਲੇ DAP। ਦੋਸਤ ਕਹਿੰਦੇ DAP ਸੱਟਣੀ ਸੀ ਯਾਰ, ਬੇਸਿਕਲੀ ਪਾਉਂਦੇ ਪੂੰਦੇ ਦਸੰਬਰ 'ਚ ਪਹੁੰਚ ਜਾਂਦੇ, ਫਿਰ ਇੱਦਾਂ ਹੀ ਕੋਈ ਪਾਉਂਦੇ ਪੂੰਦੇ ਜਨਵਰੀ 'ਚ ਵੜ ਜਾਂਦੇ ਆ। ਇਸ ਲਈ ਬਿਹਤਰ ਹੈ ਆਈਡੀਅਲ ਟਾਈਮ ਅਗਰ ਪਾਉਣਾ ਅਕਤੂਬਰ ਨਵੰਬਰ, ਫਾਸਫੋਰਸ ਕੱਲੀ ਪਾਣੀ, ਉਸ ਟਾਈਮ ਹੋਰ ਕੁਛ ਨਹੀਂ ਪਾਣੀ। ਅੱਗੇ ਤੁਸੀਂ ਚੱਲਦੇ ਹੋ, ਅੱਗੇ ਤੁਸੀਂ ਜਿਹੜੇ ਹੁਣ ਬੈਸਟ ਟਾਈਮ ਆ ਰਿਹਾ, ਐਕਚੁਅਲ ਬੈਸਟ ਟਾਈਮ ਜਿਹੜਾ ਹੈ ਪੌਦੇ ਦਾ, ਮੈਂ ਸਮਝਦਾ ਉਹ ਇਹੀ ਹੈ, ਕਿਉਂਕਿ ਮੈਂ ਆਪ ਇੱਕ ਜ਼ਿਮੀਂਦਾਰ ਹਾਂ ਤਾਂ ਮੈਂ ਸਮਝਦਾ ਅਗਰ ਤੁਸੀਂ ਫੈਬਰਵਰੀ ਦੇ ਵਿੱਚ ਤੁਸੀਂ ਪਾਤੀ ਖਾਦ, ਆਈਡੀਅਲ ਟਾਈਮ ਹੈ। ਇਸ ਤੋਂ ਅੱਛਾ ਟਾਈਮ ਕੋਈ ਨਹੀਂ ਹੈਗਾ। ਇਹਦੇ ਵਿੱਚ ਤੁਸੀਂ ਫਾਸਫੋਰਸ ਪਾਣੀ ਹੈ, ਇਹਦੇ ਵਿੱਚ ਤੁਸੀਂ ਨਾਈਟ੍ਰੋਜਨ ਪਾਣੀ, ਇਹਦੇ ਵਿੱਚ ਤੁਸੀਂ ਪੋਟਾਸ਼ ਪਾਣੀ ਹੈ। ਇਹਦੇ ਤਿੰਨਾਂ ਦੇ ਫਾਇਦੇ ਤੁਹਾਨੂੰ ਦੱਸ ਦਿੰਦਾ ਕਿਹੜੇ ਤਿੰਨਾਂ ਦੇ ਫਾਇਦੇ ਆ। ਜਿਹੜੀ ਫਾਸਫੋਰਸ ਹੈ ਮੇਰਾ ਵੀਰ, ਉਹਦਾ ਕੰਮ ਕੀ ਹੈ? ਰੂਟ ਡਿਵੈਲਪ ਕਰਨੀ, ਜੜ੍ਹ ਨੂੰ ਗਰੋਥ ਕਰਨੀ। ਉਸ ਤੋਂ ਬਾਅਦ ਜਿਹੜਾ ਤੁਹਾਡਾ ਫਰੂਟ ਚਕਾਉਣਾ, ਉਹ ਸਾਰਾ ਫਾਸਫੋਰਸ 'ਤੇ ਡਿਪੈਂਡ ਕਰ ਰਿਹਾ ਹੁੰਦਾ। ਉਸ ਤੋਂ ਬਾਅਦ ਜਿਹੜਾ ਹੈ ਤੁਹਾਡਾ ਇਹਦੀ ਫਲਾਵਰਿੰਗ ਕਰਨੀ, ਉਹ ਵੀ ਸਾਰਾ ਇਸ 'ਤੇ ਡਿਪੈਂਡ ਕਰ ਰਿਹਾ ਹੁੰਦਾ ਫਾਸਫੋਰਸ 'ਤੇ। ਜਿਹੜੀ ਕਿ DAP ਹੋ ਗਈ, ਨਾਈਟ੍ਰੋਫਾਸ ਹੋ ਗਈ, ਇਹਦੇ ਵਿੱਚ ਫਾਸਫੋਰਸ ਹੁੰਦੀ ਹੈ। ਸਿੰਗਲ ਸੁਪਰ ਫਾਸਫੇਟ ਹੋ ਗਈ, ਇਹਦੇ ਵਿੱਚ ਹੁੰਦੀ ਹੈ। ਪਰ ਮੈਂ ਕਹਿੰਦਾ ਜ਼ਰਾ ਤੁਸੀਂ ਨਾਈਟ੍ਰੋਫਾਸ ਜਾਂ DAP ਪਾਓਗੇ ਜ਼ਰਾ ਬੈਸਟ ਰਹੇਗਾ। ਸਿੰਗਲ ਸੁਪਰ ਫਾਸਫੇਟ ਨੂੰ ਮੈਂ ਇੰਨਾ ਕੋ ਅੱਛਾ ਹੋ ਜਾ ਫੀਡਬੈਕ ਨਹੀਂ ਆਇਆ ਤਾਂ ਕਿਸੇ ਕੋ ਸੁਣਿਆ। ਅਤੇ ਇੱਕ ਇਹ ਹੋ ਗਿਆ। ਦੂਸਰੇ ਨੰਬਰ 'ਤੇ ਤੁਸੀਂ ਪਾਓ ਨਾਈਟ੍ਰੋਜਨ। ਨਾਈਟ੍ਰੋਜਨ ਦਾ ਕੀ ਕੰਮ ਆ? ਨਵੇਂ ਜਿਹੜੇ ਵੀ ਪੱਤੇ ਕਢਾਉਣੇ, ਆਹ ਦੇਖੋ ਨਾ, ਆਹ ਪੱਤੇ ਨਵੇਂ ਕਢਾਉਣੇ ਆ ਨਾ, ਨਵੀਂ ਸ਼ਾਖ ਕਢਾਉਣੀ ਆ ਨਾ ਮੇਰਾ ਵੀਰ, ਅਤੇ ਕੰਮ ਦਾ ਕੰਮ ਫਿਰ ਤੁਹਾਨੂੰ ਨਾਈਟ੍ਰੋਜਨ ਪਾਉਣੇ ਪੈਣੀ ਹੈ। ਜਿੰਨੀ ਨਵੀਂ ਸ਼ਾਖ, ਜਿੰਨੇ ਨਵੇਂ ਪੱਤੇ, ਜਿੰਨੇ ਨਵੇਂ ਗਰੋਥ ਹੋਏਗੀ, ਉਨਾ ਜ਼ਿਆਦਾ ਫਲ ਤੁਹਾਡਾ ਪੌਦਾ ਲਏਗਾ। ਇਸ ਲਈ ਪਾਣੀ ਚਾਹੀਦੀ ਹੈ। ਉਸ ਤੋਂ ਬਾਅਦ ਜਿਹੜੀ ਹੈ ਪੋਟਾਸ਼। ਪੋਟਾਸ਼ ਕੀ ਕਰਦੀ ਹੈ? ਜਿੰਨੇ ਤੁਹਾਡਾ ਮਤਲਬ ਫਲ ਲੱਗਣਾ, ਜਿੰਨਾ ਤੁਹਾਡਾ ਪੌਦਾ ਜਿਹੜਾ ਹੈ ਖੁਸ਼ਹਾਲ ਰਹਿਣਾ, ਉਹ ਜਿਵੇਂ ਸਾਰਾ ਅਮਲ ਦਖਲ ਪੋਟਾਸ਼ ਦਾ ਹੈ। ਪੋਟਾਸ਼ ਪਾਉਣ ਨਾਲ ਪੌਦੇ ਦੇ ਅੰਦਰ ਕੁਵਤ ਮੁਦਾਫਤ ਵੱਧ ਜਾਂਦੀ ਹੈ, ਬਿਮਾਰੀਆਂ ਦੇ ਖਿਲਾਫ ਲੜਨ ਦੀ। ਇੱਕ ਚੀਜ਼, ਤੁਹਾਡਾ ਜਿਹੜਾ ਵੀ ਫਲ ਲੱਗੇਗਾ ਉਹਦੀ ਕੁਆਲਿਟੀ ਬੜੀ ਸ਼ਾਨਦਾਰ ਹੋਏਗੀ, ਉਹਦੀ ਜਿਹੜੀ ਜਿਲਦ ਹੋਏਗੀ ਉਹ ਬਰੀਕ ਹੋਏਗੀ, ਉਹਦਾ ਸਾਈਜ਼ ਮੋਟਾ ਹੋਏਗਾ, ਉਹਦੇ ਵਿੱਚ ਮਿਠਾਸ ਜ਼ਿਆਦਾ ਹੋਏਗੀ। ਕੁਆਲਿਟੀ ਵਾਲਾ ਫਲ ਜਿਹੜਾ ਉਹ ਪੋਟਾਸ਼ ਦਾ ਕੰਮ ਹੈ। ਕੁਵਤ ਮੁਦਾਫਤ ਪੌਦੇ ਨੂੰ ਦੇਣੀ, ਉਹ ਪੋਟਾਸ਼ ਦਾ ਕੰਮ ਹੈ। ਪਾਣੀ ਦੀ ਜਿਹੜੀ ਐਫੀਸ਼ੀਐਂਸੀ ਉਹਨੂੰ ਲੈਣ ਦੀ ਵਧਾਉਣੀ, ਉਹ ਪੋਟਾਸ਼ ਦਾ ਕੰਮ ਹੈ। ਮਤਲਬ ਤੰਦਰੁਸਤ ਜਿਹੜਾ ਖੜਾ ਕਰਨਾ, ਉਹ ਪੋਟਾਸ਼ ਦਾ ਕੰਮ ਹੈ। ਉਹ ਲਾਜ਼ਮੀ ਤੁਸੀਂ ਕਰਨਾ। ਤੁਸੀਂ ਇਸ ਪੋਟਾਸ਼ ਨੂੰ ਬਿਲਕੁਲ ਇਗਨੋਰ ਨਹੀਂ ਕਰਨਾ ਵੀ ਮਹਿੰਗੀ ਹੈ ਯਾਰ ਉਹਨੂੰ ਕੀ ਕਰੀਏ। ਹਾਂ, ਜਿੰਨੀ ਕੁ ਪਾ ਸਕਦੇ ਹੋ। ਬੇਸਿਕਲੀ ਇਹਦੇ ਪਾਉਣ ਦੇ ਜਿਹੜਾ ਟਾਈਮ ਵੀ ਤੁਹਾਨੂੰ ਦੱਸਦਾ। ਇੱਕ ਤਾਂ ਹੁਣ ਫਰਵਰੀ ਦੇ ਵਿੱਚ ਇਹ ਤੁਸੀਂ ਫਾਸਫੋਰਸ, ਨਾਈਟ੍ਰੋਜਨ ਅਤੇ ਪੋਟਾਸ਼ ਦਾ ਪਾਣੀ ਕਿੰਨੀ ਆ, ਇਹ ਤੁਹਾਨੂੰ ਮੈਂ ਦੱਸ ਦਿੰਦਾ ਫੀ ਪੌਦਾ ਜਿਹੜਾ। ਹਾਂ, ਹੁਣ ਗੱਲ ਕਰਦੇ ਹਾਂ ਅਸੀਂ ਕਿੰਨੀ ਪਾਣੀ ਚਾਹੀਦੀ ਹੈ ਜੀ DAP ਜਾਂ ਨਾਈਟ੍ਰੋਫਾਸ। ਨਾਈਟ੍ਰੋਫਾਸ ਪਾਓਗੇ ਤਾਂ ਜਿਵੇਂ ਨਾਈਟ੍ਰੋਜਨ ਦੀ ਮਿਕਦਾਰ ਅੱਛੀ ਮਿਲ ਜਾਂਦੀ ਹੈ। DAP ਪਾਓਗੇ ਤਾਂ ਥੋੜ੍ਹੀ ਘੱਟ ਮਿਲ ਜਾਂਦੀ ਹੈ। DAP ਤੁਹਾਨੂੰ ਪੂਰੇ ਸਾਲ ਦੇ ਵਿੱਚ ਕਮ ਤੋਂ ਕਮ 2 ਕਿਲੋ ਫਾਸਫੋਰਸ ਚਾਹੀਦੀ ਹੁੰਦੀ ਹੈ ਫੀ ਪੌਦੇ ਨੂੰ। ਜਿਵੇਂ ਮੈਂ ਪੌਦੇ ਦੇ ਨਾਲ ਖੜਾ, ਮੈਚੋਰ ਪੌਦਾ, ਇਹਨੂੰ 2 ਕਿਲੋ DAP ਸਾਲ 'ਚ ਚਾਹੀਦੀ। ਇੱਕ ਬੈਸਟ ਟਾਈਮ ਹੈ ਹੁਣ, 1 ਕਿਲੋ DAP ਹੁਣ ਪਾਓ ਨਾਲ। ਜੇ ਤੁਸੀਂ ਇਹਦੇ ਨਾਲ ਤੁਸੀਂ ਨਾਈਟ੍ਰੋਜਨ ਪਾਣੀ ਹੈ, ਨਾਈਟ੍ਰੋਜਨ ਵੀ ਕਮ ਤੋਂ ਕਮ 1 ਤੋਂ 1.5 ਕਿਲੋ ਪਿਓਰ ਨਾਈਟ੍ਰੋਜਨ ਚਾਹੀਦੀ ਹੁੰਦੀ ਹੈ। ਪਿਓਰ ਨਾਈਟ੍ਰੋਜਨ ਮਤਲਬ ਇਹ ਹੈ ਇੱਕ ਗੱਟੂ ਹੈ, ਉਹਦੇ ਵਿੱਚ 46% ਨਾਈਟ੍ਰੋਜਨ ਹੈ, ਬਾਕੀ ਤਾਂ ਅਦਰ ਇਨਗਰੀਡੀਅੰਟ ਹੈ। ਜਿਸ ਵੇ ਤੋਂ ਅਗਰ ਉਹ 100 ਕਿਲੋ ਦਾ ਗੱਟੂ ਹੋਵੇ ਤਾਂ 46 ਕਿਲੋ, ਅਤੇ ਅਗਰ ਉਹ 50 ਕਿਲੋ ਦਾ ਤਾਂ ਸਮਝ ਲਓ 23 ਕਿਲੋ ਖਾਦ ਹੈ।
ਤੇ ਇਹ ਬੜਾ ਇੱਕ ਲੰਬਾ ਜਿਹਾ ਪ੍ਰੋਸੈਸ ਹੈ। 1 ਤੋਂ 1.5 ਕਿਲੋ ਪੂਰਾ ਕਰਦਾ ਇੱਕ ਵਾਰੀ ਪਾਓਗੇ ਤਾਂ ਤੁਸੀਂ ਕਹੋਗੇ ਯਾਰ ਇੰਨੀ ਖਾਦ ਕਿੱਦਾਂ ਪਾ ਲਈਏ। ਬਿਹਤਰ ਇਹ ਹੈ ਕਿ ਇਸ ਟਾਈਮ ਤੁਸੀਂ 1 ਕਿਲੋ DAP, 1 ਕਿਲੋ ਨਾਲ ਤੁਸੀਂ ਯੂਰੀਆ ਕਰ ਲਓ, ਨਾਲ ਤੁਸੀਂ ਪੋਟਾਸ਼ ਦੀ ਕੁਛ ਡੋਜ਼ ਕਰ ਲਓ। ਪੋਟਾਸ਼ ਮਹਿੰਗੀ ਆਈਟਮ ਆ, ਕਮ ਸੇ ਕਮ 1 ਤੋਂ 1.5 ਕਿਲੋ ਤੋਂ ਪੈਣੀ ਚਾਹੀਦੀ ਹੈ ਪਿਓਰ ਪੋਟਾਸ਼ ਜਿਹੜੀ ਹੈ। ਤੁਸੀਂ ਇਹ ਹੈ 2 ਕਿਲੋ ਤੋਂ ਵੀ ਚੱਲ ਜਾਓਗੇ ਤਾਂ ਕੋਈ ਹਰਜ ਕੋਈ ਨਹੀਂ, ਉਹ ਉਨਾ ਹੀ ਜਿੰਨਾ ਗੁੜ ਪਾਓਗੇ ਉਨਾ ਮਿੱਠਾ ਹੈ। ਉਹ ਤੁਸੀਂ ਕੀ ਕਰੋਗੇ ਇਸ ਟਾਈਮ 1 ਕਿਲੋ ਕਮ ਸੇ ਕਮ ਫੀ ਪੌਦੇ ਨੂੰ ਪੋਟਾਸ਼, 1 ਕਿਲੋ DAP, 1 ਕਿਲੋ ਨਾਈਟ੍ਰੋਜਨ, ਇਹ ਹੈ ਪੂਰੀ ਡੋਜ਼। ਮੇਰਾ ਕੰਮ ਹੈ ਇੱਕ ਵਾਰ ਪੂਰਾ ਦੱਸ ਦੇਣਾ, ਮੁੜ ਕੇ ਤੁਹਾਡਾ ਹੈ ਵੀ ਤੁਸੀਂ ਕਿੰਨਾ ਕੁ ਕਰ ਸਕਦੇ ਹੋ, ਤੁਸੀਂ ਆਪਣੀ ਜੇਬ ਦੇਖ ਕੇ ਨਿਜ਼ਾਮ ਕਰਨਾ ਹੈ। ਪਰ ਮੈਂ ਕਹਿੰਦਾ ਕਿ ਆਹ ਇੱਕ ਪੌਦਾ ਹੈ ਤੁਹਾਡੇ ਸਾਹਮਣੇ ਹੈ, ਇੱਦਾਂ ਦੇ ਅਗਰ ਪੌਦੇ ਹੁਣ ਬਾਗ ਦੇ ਵਿੱਚ ਕਮ ਸੇ ਕਮ 2.5-3 ਲੱਖ ਦਾ ਕਿੱਲਾ ਵਿਕਦਾ, ਤੇ ਕਿਆ ਉਹ 50,000 ਜੋ ਹੱਕ ਨਹੀਂ ਕਿੱਲੇ ਦਾ ਕੋਈ ਤੋਂ ਤੁਸੀਂ ਖਰਚਾ ਕਰੋ? ਕਿਆ 1 ਲੱਖ ਰੁਪਏ ਹੱਕ ਨਹੀਂ ਪੂਰੇ ਸਾਲ ਤੋਂ ਤੁਸੀਂ ਖਰਚਾ ਕਰੋ? ਪਰ ਅਸੀਂ ਕਹਿੰਦੇ ਨਹੀਂ ਆ ਜਾਵੇ ਇਹ ਤਾਂ ਲਾਣਾ ਪਵੇ। ਇਹ ਇੱਕ ਅਸੀਂ ਆਪ ਫਾਰਮਰ ਹਾਂ, ਅਸੀਂ ਆਪ ਜ਼ਿਮੀਦਾਰ ਹਾਂ, ਸਮਝਦੇ ਇਸ ਚੀਜ਼ ਨੂੰ। ਪਰ ਇਸ ਟਾਈਮ ਤੁਸੀਂ ਅਗਰ ਇਹ ਕਰ ਲਓਗੇ 1 ਕਿਲੋ DAP, 1 ਕਿਲੋ ਨਾਈਟ੍ਰੋਜਨ, 1 ਕਿਲੋ ਤੁਸੀਂ ਪੋਟਾਸ਼ ਪਾ ਲਓਗੇ ਤਾਂ ਮੈਂ ਕਹਿੰਦਾ ਸੋਨੇ ਤੋਂ ਸੁਹਾਗਾ। ਤੁਸੀਂ SOP ਲਓਗੇ ਸਲਫੇਟ ਆਫ ਪੋਟਾਸ਼ ਤੁਸੀਂ ਅੱਧਾ ਕਿਲੋ ਪਾ ਲਓਗੇ ਤਾਂ ਇਨਸ਼ਾਅੱਲਾ ਤਕਰੀਬਨ 50-51% ਹੁੰਦੀ ਹੈ। ਉਹ 100% ਹੱਲ ਪਜ਼ੀਰ ਹੁੰਦੀ ਹੈ ਫੌਰੀ, ਉਹ ਤੁਹਾਡਾ ਪੌਦਾ ਸਾਰਾ ਲੈ ਲੈਂਦਾ, ਤੁਹਾਡਾ ਬੈਨੀਫਿਟ ਪੂਰਾ ਦਾ ਪੂਰਾ ਉਹ ਦੇ ਦਿੰਦਾ। ਹਾਂ ਦੂਸਰੀ ਡੋਜ਼ ਜਿਹੜੀ ਪਾਣੀ ਹੈ ਉਹ ਤੁਹਾਨੂੰ ਮੈਂ ਦੱਸ, ਦੂਸਰੀ ਡੋਜ਼ ਜਿਹੜੀ ਹੈ ਉਹ ਪਾਣੀ ਹੈ ਤੁਸੀਂ ਜੀ ਮਈ ਜੂਨ 'ਚ, ਆਈਡੀਅਲ ਟਾਈਮ ਹਰ ਖਾਦ ਦਾ। ਤੁਸੀਂ ਉਹਦੇ ਵਿੱਚ ਨਾਈਟ੍ਰੋਜਨ ਵੀ ਪਾਣੀ ਹੈ, ਉਹਦੇ ਵਿੱਚ ਤੁਸੀਂ ਫਾਸਫੋਰਸ ਵੀ ਪਾ ਸਕਦੇ ਹੋ, ਪੋਟਾਸ਼ ਵੀ ਤੁਸੀਂ ਉਹਦੇ ਵਿੱਚ ਪਾਣੀ ਹੈ, ਤਾਂ ਕਿ ਪੂਰੀ ਡੋਜ਼ ਹੋ ਸਕੇ ਨਾ ਜਿਹੜੀ ਪੂਰੀ ਸਾਲ ਦੇ ਵਿੱਚ ਦੱਸੀ ਵੀ ਹੈ। ਜਿਹੜਾ ਇੱਕ ਵਾਰੀ ਤੁਸੀਂ ਇਹ ਕੰਮ ਕੀਤਾ ਉਹੀ ਉਸ ਟਾਈਮ ਜਾ ਕਰਨਾ। ਮਤਲਬ ਨਾਈਟ੍ਰੋਜਨ ਕਿਉਂ ਪਾਣੀ ਹੈ? ਕਿਉਂਕਿ ਆ ਪੌਦੇ ਦੇ ਜਿਹੜਾ ਉਸ ਟਾਈਮ ਫਲ ਲੱਗਾ ਹੁੰਦਾ ਉਹਦੀ ਗਰੋਥ ਚੰਗੀ ਕਰਾ ਦਿੰਦਾ। ਅਗਰ ਤੁਸੀਂ ਨਾਈਟ੍ਰੋਜਨ ਪਾਓਗੇ ਤਾਂ ਤੁਹਾਡੀ ਜਿਹੜੇ ਪੌਦੇ ਨੂੰ ਤਾਕਤ ਮਿਲ ਜਾਂਦੀ ਹੈ, ਪੂਰਾ ਉਹ 'ਚ ਰਸ ਚਲਾ ਜਾਂਦਾ ਹੈ, ਪੌਦਾ ਇੱਕ ਖੁਸ਼ਹਾਲ, ਅਤੇ ਤੁਹਾਡਾ ਜਿਹੜਾ ਫਲ ਉਹ ਵੀ ਖੁਸ਼ਹਾਲ ਨਾਈਟ੍ਰੋਜਨ ਉਸ ਟਾਈਮ ਕਰ ਦਿੰਦੀ ਹੈ। ਉਸ ਟਾਈਮ ਤੁਸੀਂ ਗੁਆਰਾ ਜਿਹੜਾ ਅਮੋਨੀਅਮ ਨਾਈਟ੍ਰੇਟ ਆ ਉਹ ਤੁਸੀਂ ਪਾ ਲਓਗੇ ਤਾਂ ਸ਼ਾਨਦਾਰ ਤੁਹਾਨੂੰ ਰਿਜ਼ਲਟ ਰਹੇਗਾ। ਇੱਕ ਚੀਜ਼ ਨਾਲ ਤੁਸੀਂ ਉਸ ਟਾਈਮ ਪੋਟਾਸ਼ ਲਾਜ਼ਮੀ ਪਾ ਦੇਣੀ ਦੁਬਾਰਾ ਇੱਕ ਦਫਾ, ਫਿਰ ਭਾਵੇਂ ਇੱਕ ਪਾ ਹੀ ਕਿਉਂ ਨਾ ਹੋਵੇ ਪਰ ਪਾਣੀ ਲਾਜ਼ਮੀ ਹੈ। ਤੁਸੀਂ ਗੁਆਰਾ ਅਤੇ ਪੋਟਾਸ਼ ਉਸ ਟਾਈਮ ਅਗਰ ਪਾਓਗੇ ਮਈ ਜੂਨ 'ਚ, ਮੈਂ ਕਹਿੰਦਾ ਉਹ ਬਾਗ ਦੀ ਰੰਗਤ ਹੀ ਕੁਛ ਹੋਰ ਹੋਏਗੀ। ਵੀਡੀਓ ਸਾਡੀ ਲੰਬੀ ਹੋ ਰਹੀ ਹੈ, ਮੈਂ ਗੱਲ ਨੂੰ ਮੁਕਾਉਣ ਦੀ ਕੋਸ਼ਿਸ਼ ਕਰ ਰਿਹਾ। ਇਸ ਟਾਈਮ ਤੁਸੀਂ ਖਾਦ ਜਿਹੜੀ ਪਾਣੀ ਉਹਦੇ ਨਾਲ ਇੱਕ ਕੰਮ ਕਰਨਾ, ਡਿਪਲੋਡੀਆ ਮਰਜ਼ ਤੋਂ ਬਚਾਉਣ ਵਾਸਤੇ ਮੇਰੀ ਪਿਛਲੀ ਵੀਡੀਓ 'ਚ ਵੀ ਇਹ ਬਾਰ-ਬਾਰ ਪੈਗਾਮ ਸੀ। ਤੁਸੀਂ ਕਾਪਰ ਆਕਸੀਕਲੋਰਾਈਡ ਜਿਹੜਾ ਫੰਜੀਸਾਈਡ ਹੈ, ਇਹ ਜਿਹੜੇ ਪੌਦੇ ਦੇ ਥੱਲੋਂ ਸਫਾਈ ਕਰਕੇ ਖਿਚਾਈ ਕਰਕੇ ਇਹ ਖਾਦ ਛੱਡ ਕੇ ਪੰਜੀ ਮਾਰੋਗੇ, ਉਸੇ ਟਾਈਮ ਉਸੇ ਖਾਦ ਦੇ ਨਾਲ ਤੁਸੀਂ ਕਾਪਰ ਆਕਸੀਕਲੋਰਾਈਡ ਪੂਜਿੰਗ ਸਟਾਰ ਦੇ ਨਾਂ ਤੋਂ ਅਕਸਰ ਮਿਲ ਰਹੀ ਹੁੰਦੀ ਹੈ, ਕੋਈ ਮੁਖਤਲਿਫ ਨਾਮ ਤੋਂ ਮਿਲ ਰਹੀ ਹੁੰਦੀ ਹੈ, ਤੁਸੀਂ 15 ਤੋਂ 20 ਗ੍ਰਾਮ ਫੀ ਪੌਦਾ ਪਾ ਲਓਗੇ। ਜਿਹੜੇ ਬਿਮਾਰ ਆ, ਜਿਹੜੇ ਤੰਦਰੁਸਤ ਉਹਨੂੰ ਕਮ ਸੇ ਕਮ 10 ਗ੍ਰਾਮ ਪਾ ਲਓਗੇ, ਤਾਂ ਕਿ ਕੁਝ ਨਾ ਕੁਝ ਉੱਥੇ ਵੀ ਚੱਲ ਜਾਏ, ਬਿਮਾਰ ਨਾ ਹੋਵੇ। ਇਸ ਲਈ ਮੇਰੀ ਇਹ ਚੀਜ਼ਾਂ ਨੂੰ ਪੱਲੇ ਬੰਨ ਲਓ। ਅਗਰ ਤੁਸੀਂ ਚਾਹੁੰਦੇ ਹੋ ਤੁਹਾਡਾ ਜਿਹੜੀ ਆਰਚਿਡ ਹੈ ਤੁਹਾਡੇ ਸਿਟਰਸ ਦੇ ਖੁਸ਼ਹਾਲ ਰਹਿਣ, ਤੇ ਇਹਨੂੰ ਪੱਲੇ ਬੰਨ ਲਓ। ਅਗਰ ਤੁਸੀਂ ਚਾਹੁੰਦੇ ਹੋ ਵੀ ਬਸ ਠੀਕ ਹੈ ਵੀ ਇਹ ਦਰਖਤ ਹੈ ਤਾਂ ਬਸ ਜੰਗਲਾਤ ਹੈ ਤਾਂ ਬਸ ਫਿਰ ਉੱਦਾਂ ਦੇ ਹੁਣ ਉਸ ਜਣੀ ਉੱਦਾਂ ਦਾ ਨਿਜ਼ਾਮ ਕਰਨਾ। ਅਗਰ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਬਾਗਾਤ ਖੁਸ਼ਹਾਲ ਰਹਿਣ, ਅੱਜ ਕੱਲ੍ਹ ਇਹੋ ਫਸਲ ਇੱਕ ਰਹਿ ਗਈ ਗੰਨੇ ਦੀ ਫਸਲ ਤੇ ਇੱਕ ਬਾਗਾਤ ਦੀ, ਜਿਹੜੀ ਕੋਈ ਆਮਦਨ ਦੇ ਰਹੀ ਹੈ। ਬਾਕੀ ਦੇ ਗੌਰਮੈਂਟ ਦੇ ਹਾਲਾਤ ਤੁਹਾਡੇ ਸਾਹਮਣੇ, ਕਿਸੇ ਚੀਜ਼ ਦਾ ਰੇਟ ਨਹੀਂ ਬਣਦਾ। ਜਦੋਂ ਜ਼ਿਮੀਦਾਰ ਕੋ ਹੁੰਦੀ ਰੇਟ ਨਹੀਂ ਬਣਦਾ, ਜਦੋਂ ਜ਼ਿਮੀਦਾਰ ਕੋ ਨਿਕਲ ਜਾਂਦੀ ਉਹਦਾ ਰੇਟ ਬਣ ਜਾਂਦਾ। ਅਸੀਂ ਗਿਲਾ ਕਰਨਾ ਕੋਈ ਮਕਸਦ ਨਹੀਂ, ਆਪਣੀ ਬਿਹਤਰੀ ਕਰਨੀ ਹੈ। ਬਾਗਾਤ ਦਾ ਇਸ ਟਾਈਮ ਹੈ, ਉਸ 'ਤੇ ਮਿਹਨਤ ਕਰੋ, ਅੱਲਾਹ ਤਾਲਾ ਇੰਸ਼ਾਅੱਲਾ ਬਿਹਤਰੀ ਕਰੇਗਾ। ਇਸ ਲਈ ਆਪਣੇ ਫਸਲਾਂ ਦਾ ਤਾਂ ਸਾਡੇ ਇਸ ਚੈਨਲ ਦਾ ਖਿਆਲ ਰੱਖਣਾ ਜੀ। ਬਹੁਤ ਸ਼ੁਕਰੀਆ ਜੀ, ਅੱਲਾਹ ਹਾਫਿਜ਼।